KVIF 900 AM ਦੇ ਨਾਲ ਜੁੜ ਬੈਠੇ ਮੇਰੇ ਪਿਆਰੇ ਸਤਿਕਾਰਯੋਗ ਸਰੋਤਿਓ, ਮਹਿੰਦਰ ਸਿੰਘ ਸੰਧਾਵਾਲੀਆ ਆਪ ਲਈ ਮੀਰੀ ਪੀਰੀ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਾਰਿਆਂ ਨੂੰ ਬਹੁਤ ਉਸ ਪਰਮਾਤਮਾ ਈਸ਼ਵਰ ਅੱਲਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਤੁਹਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਰਹਿਣ ਅਤੇ ਕਾਰਾਂ ਵਿਹਾਰਾਂ ਵਿੱਚ ਵਾਧਾ ਹੋਵੇ। ਆਪ ਸਾਰਿਆਂ ਨੂੰ ਮਹਿੰਦਰ ਸਿੰਘ ਸੰਧਾਵਾਲੀਆ ਵੱਲੋਂ ਬਹੁਤ ਧੰਨਵਾਦ, ਸਤਿਕਾਰ ਅਤੇ ਵਾਹਿਗੁਰੂ ਜੀ ਕਾ ਖਾਲਸਾ, ਨਮਸਤੇ, ਆਦਾਬ ਪੇਸ਼ ਹੈ ਜੀ। ਤੁਹਾਡੇ ਨਾਲ ਮੈਂ ਅੱਜ ਟੌਪਿਕ ਹੈ ਉਹ ਹੈ ਘੱਲੂਘਾਰਾ 1984 1984 ਦਾ ਇੱਕ ਘੱਲੂਘਾਰਾ। ਮੈਂ ਇਸ ਨੂੰ ਤੀਜਾ ਘੱਲੂਘਾਰਾ ਵੀ ਕਹਿੰਦਾ। ਸੋ ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਵਿਆਖਿਆ ਜਿਹੜਾ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ, ਕਿਉਂਕਿ ਇਤਿਹਾਸ ਜਿਹੜਾ ਸਾਨੂੰ ਭੁੱਲਣਾ ਨਹੀਂ ਚਾਹੀਦਾ, ਨਾ ਹੀ ਪੁਰਾਣਾ ਭੁੱਲਿਆ, ਨਾ ਸਾਨੂੰ ਇਹੋ ਹੀ ਭੁੱਲਣਾ ਚਾਹੀਦਾ। ਸੋ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਤੇ ਹਿੰਦੂਆਂ ਦੀਆਂ ਵੋਟਾਂ ਲੈਣ ਲਈ ਇੰਦਰਾ ਗਾਂਧੀ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਉੱਪਰ ਫੌਜੀ ਹਮਲਾ ਕਰਕੇ ਜੋ ਜ਼ਖਮ ਦਿੱਤੇ ਉਹ ਅੱਜ ਵੀ ਉਸੇ ਤਰ੍ਹਾਂ ਰਿਸ ਰਹੇ ਹਨ, ਜਿਸ ਦਾ ਸਭ ਤੋਂ ਵੱਡਾ ਕਾਰਨ ਇੰਨੇ ਸਾਲਾਂ ਬਾਅਦ ਤੱਕ ਵੀ ਸਿੱਖਾਂ ਨੂੰ ਪ੍ਰੋਪਰ ਇਨਸਾਫ ਨਾ ਮਿਲਣਾ ਹੈ। ਵੈਸੇ ਤਾਂ ਸਿੱਖਾਂ ਅਤੇ ਨਹਿਰੂ ਇੰਦਰਾ ਦੀਆਂ ਕਾਂਗਰਸੀ ਸਰਕਾਰਾਂ ਨਾਲ ਪੰਜਾਬੀ ਸੂਬੇ ਦੀ ਮੰਗ ਤੋਂ ਹੀ ਵਿਗੜ ਗਈ ਸੀ, ਪਰ ਇੰਦਰਾ ਵੱਲੋਂ ਲਾਈ ਐਮਰਜੈਂਸੀ ਤੋਂ ਇਹ ਵਿਰੋਧਤਾ ਖੁੱਲ੍ਹ ਕੇ ਸਾਹਮਣੇ ਆ ਗਈ ਸੀ। ਅਸਲ ਵਿੱਚ ਇੰਦਰਾ ਗਾਂਧੀ ਸਿੱਖਾਂ ਦੀਆਂ ਬਹੁਤ ਸਾਰੀਆਂ ਮੰਗਾਂ ਮੰਨਣ ਵਾਸਤੇ ਤਿਆਰ ਵੀ ਸੀ, ਜਿਵੇਂ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਆਦਿ ਮੰਨਣ ਲਈ। ਅਤੇ ਉਸਨੇ ਜਥੇਦਾਰ ਸੰਤੋਖ ਸਿੰਘ, ਜਿਹੜੇ ਕਿ ਮਨਜੀਤ ਸਿੰਘ ਜੀਕੇ ਦੇ ਪਿਤਾ ਜੀ ਸਨ, ਉਹਨਾਂ ਨੂੰ ਪੰਜਾਬ ਸਿੱਖ ਲੀਡਰਸ਼ਿਪ ਨੂੰ ਮਨਾਉਣ ਲਈ ਭੇਜਿਆ ਵੀ ਸੀ। ਸ਼ਰਤ ਸੀ ਕਿ ਸਿੱਖ ਐਮਰਜੈਂਸੀ ਵਿਰੁੱਧ ਮੋਰਚਾ ਨਾ ਲਾਉਣ ਅਤੇ ਲੋਕ ਸਭਾ ਵਿੱਚ ਕਾਂਗਰਸ ਦੀ ਮਦਦ ਕਰਨ। ਪਰ ਸਿੱਖ ਲੀਡਰਸ਼ਿਪ ਖਾਸ ਤੌਰ 'ਤੇ ਸਰਦਾਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਉਹ ਇਸ ਨੂੰ ਬਿਲਕੁਲ ਨਾ ਮੰਨੇ ਅਤੇ ਜਿਸ ਤੋਂ ਸੱਟ ਖਾਧੇ ਸੱਪ ਵਾਂਗ ਇੰਦਰਾ ਨੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਇਰਾਦਾ ਪੱਕਾ ਕਰ ਲਿਆ। 1980 ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ। ਇੰਦਰਾ ਗਾਂਧੀ ਨੇ ਇਸ ਮੌਕੇ ਨੂੰ ਸਿੱਖਾਂ ਪਾਸੋਂ ਬਦਲਾ ਲੈਣ ਦਾ ਮਨ ਬਣਾ ਲਿਆ ਸੀ। ਇਹ ਮੋਰਚਾ ਪਾਣੀਆਂ ਵਾਸਤੇ ਲੱਗਾ ਸੀ। ਸੋ ਸਿੱਖਾਂ ਦੀ ਵੱਧ ਰਹੀ ਤਾਕਤ ਨੂੰ ਘਟਾਉਣ ਲਈ ਉਸਨੇ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਅਤੇ ਸਾਰੇ ਪੰਜਾਬ ਵਿੱਚ ਸਿੱਖਾਂ ਨੂੰ ਕੁਚਲਣ ਦਾ ਫੈਸਲਾ ਕਰ ਲਿਆ। ਉਜਾਇਆ ਰੱਖਿਆ ਗਿਆ ਅਤੇ ਦੂਸਰੇ ਪਾਸੇ ਆਪਣੇ ਸਲਾਹਕਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਦੀ ਵਿਉਂਤਬੰਦੀ ਜਿਹੜੀ ਹੈ ਉਹ ਬਣਾਉਣੀ ਸ਼ੁਰੂ ਕਰ ਦਿੱਤੀ। 15 ਜਨਵਰੀ 1984 ਦੇ ਸੈਨਾ ਦਿਵਸ ਮੌਕੇ ਫੌਜ ਦੇ ਉਸ ਵੇਲੇ ਦੇ ਮੁਖੀ A.S. ਵਾਧਿਆ ਨੂੰ ਇਸ ਫੈਸਲੇ ਬਾਰੇ ਸੂਹ ਦੇ ਕੇ ਤਿਆਰੀ ਕਰਨ ਲਈ ਕਿਹਾ ਗਿਆ। A.S. ਵਾਧਿਆ ਉਹ ਹੈ ਜਿਸ ਨੂੰ ਜਿੰਦੇ ਅਤੇ ਸੁੱਖੇ ਨੇ ਆਪਣਾ ਕਤਲ ਕੀਤਾ ਸੀ। ਉਸ ਤੋਂ ਛੇਤੀ ਬਾਅਦ ਹੀ ਦੇਹਰਾਦੂਨ ਅਤੇ ਸਹਾਰਨਪੁਰ ਨਜ਼ਦੀਕ ਥਾਵਾਂ ਉੱਪਰ ਹਰਿਮੰਦਰ ਸਾਹਿਬ ਦੀ ਨਕਲੀ ਇਮਾਰਤ ਬਣਾ ਕੇ ਫੌਜ ਦੀਆਂ ਖਾਸ ਟੁਕੜੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਇੰਗਲੈਂਡ ਦੀ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਮਿਸਿਸ ਥੈਚਰ ਇੰਦਰਾ ਗਾਂਧੀ ਦੀ ਕਾਫੀ ਨੇੜੇ ਦੀ ਦੋਸਤ ਮੰਨੀ ਜਾਂਦੀ ਸੀ। ਉਸ ਕੋਲੋਂ ਵੀ ਸਲਾਹ ਲਈ ਗਈ। ਇਹਦਾ ਪਿੱਛੇ ਕੋਈ ਸਾਲ ਹੋਏ ਹਾਊਸ ਆਫ ਕਾਮਨਸ ਵਿੱਚ ਇਹਦੀ ਕਾਫੀ ਬਹਿਸ ਵੀ ਚੱਲੀ ਸੀ। ਇਜ਼ਰਾਈਲ ਤੋਂ ਆਪਣੇ ਫੌਜੀਆਂ ਨੂੰ ਕਮਾਂਡੋਜ਼ ਦੀ ਟ੍ਰੇਨਿੰਗ ਦਵਾਈ। ਰੂਸ ਨੇ ਵੀ ਇਹਨਾਂ ਨੂੰ ਇਸ ਹਮਲੇ ਨੂੰ, ਇੰਦਰਾ ਗਾਂਧੀ ਨੂੰ ਇਹ ਹਮਲਾ ਕਰਨ ਲਈ ਪੂਰੀ ਤਰ੍ਹਾਂ ਉਕਸਾਇਆ। ਅਕਾਲੀਆਂ ਅਤੇ ਸਰਕਾਰ ਵਿੱਚ ਆਖਰੀ ਗੱਲਬਾਤ 26 ਮਈ 1984 ਨੂੰ ਹੋਈ ਸੀ। ਉਸ ਵਿੱਚ ਬਹੁਤ ਸਾਰੇ ਨੁਕਤਿਆਂ ਉੱਪਰ ਸਹਿਮਤੀ ਵੀ ਬਣ ਗਈ ਸੀ, ਪਰ ਕਿਉਂਕਿ ਇੰਦਰਾ ਗਾਂਧੀ ਦੀ ਮਨਜ਼ੂਰੀ ਲੈਣੀ ਜ਼ਰੂਰੀ ਸੀ, ਇਸ ਵਾਸਤੇ ਸਮਝੌਤੇ ਦਾ ਐਲਾਨ ਅਗਲੇ ਦਿਨ 27 ਮਈ ਨੂੰ ਹੋਣਾ ਸੀ। ਪਰ 27 ਮਈ ਨੂੰ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਗੱਲਬਾਤ ਫੇਲ ਹੋ ਗਈ ਹੈ
ਤੇ ਇਸ ਦਾ ਸਾਰਾ ਠੀਕਰਾ ਵੀ ਅਕਾਲੀਆਂ ਦੇ ਸਿਰ ਤੇ ਹੀ ਭੰਨਿਆ, ਕਿਉਂਕਿ ਇੰਦਰਾ ਨਹੀਂ ਸੀ ਚਾਹੁੰਦੀ। ਇਸ ਤੇ ਅਕਾਲੀ ਦਲ ਨੇ 28 ਮਈ ਨੂੰ ਆਪਣੀ ਇੱਕ ਮੀਟਿੰਗ ਸੱਦੀ ਅਤੇ 3 ਜੂਨ 1984 ਨੂੰ ਨਾਮ ਮਿਲਵਰਤਨ ਲਹਿਰ ਚਲਾਉਣ ਦਾ ਐਲਾਨ ਕਰ ਦਿੱਤਾ। ਇਹ 3 ਜੂਨ ਇਸ ਕਰਕੇ ਸੀ ਕਿਉਂਕਿ ਉਸ ਸਾਲ 3 ਜੂਨ ਨੂੰ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ, ਸ਼ਹੀਦੀ ਦਿਨ ਸੀ। ਇਸ ਵਕਤ ਤੱਕ ਸਰ ਜਰਨੈਲ ਸਿੰਘ ਭਿੰਡਰਾਂਵਾਲੇ ਪੂਰੇ ਪੰਥ ਵਿੱਚ ਆਏ ਹੋਏ ਸਨ। ਉਹਨਾਂ ਨੂੰ ਵੀ ਸੂਹ ਮਿਲਦੀ ਰਹਿੰਦੀ ਸੀ ਕਿ ਸਰਕਾਰ ਹਮਲਾ ਕਰੇਗੀ ਦਰਬਾਰ ਸਾਹਿਬ ਤੇ ਕਿ ਨਹੀਂ। ਇਸੇ ਕਰਕੇ ਉਹਨਾਂ ਮੁਕਾਬਲਾ ਕਰਨ ਲਈ ਇਹ ਡਿਊਟੀ ਜਨਰਲ ਸ਼ਬੇਗ ਸਿੰਘ ਨੂੰ ਦੇ ਦਿੱਤੀ ਸੀ। ਸ਼ਬੇਗ ਸਿੰਘ ਬੰਗਲਾਦੇਸ਼ ਦਾ ਹੀਰੋ ਸੀ, ਪਰ ਸਰਕਾਰ ਨੇ ਉਸ ਨੂੰ ਨਿਗੂਣੇ ਕੇਸਾਂ ਵਿੱਚ ਉਲਝਾ ਕੇ ਤੇ ਬਦਨਾਮ ਕਰਕੇ ਰਿਟਾਇਰਮੈਂਟ ਤੋਂ ਪਹਿਲੇ ਹੀ ਘਰ ਭੇਜ ਦਿੱਤਾ ਸੀ, ਜਿਸ ਦਾ ਉਸਦੇ ਮਨ ਤੇ ਦਿਲ ਉੱਪਰ ਵੀ ਗਹਿਰਾ ਦੁੱਖ ਸੀ। ਪਰ ਕੁਦਰਤ ਦਾ ਕਮਾਲ ਕਿ ਸ਼ਬੇਗ ਸਿੰਘ ਨੂੰ ਸੰਤ ਭਿੰਡਰਾਂਵਾਲੇ ਮਿਲ ਗਏ ਤੇ ਸ਼ਬੇਗ ਸਿੰਘ ਨੂੰ ਵੀ ਇੰਦਰ ਦੀ ਸਰਕਾਰ ਤੋਂ ਬਦਲਾ ਲੈਣ ਦਾ ਮੌਕਾ ਮਿਲ ਗਿਆ। ਪਰਮਾਤਮਾ ਕਈ ਵਾਰਾਂ ਸਾਨੂੰ ਕੋਈ ਕੰਮ ਉਹੋ ਜਿਹਾ ਜਿਹੜਾ ਸਾਡਾ ਨਹੀਂ ਹੁੰਦਾ, ਸਾਡੀ ਮਰਜ਼ੀ ਮੁਤਾਬਕ ਬੜੀ ਤਕਲੀਫ ਹੁੰਦੀ ਹੈ, ਪਰ ਪਰਮਾਤਮਾ ਨੂੰ ਪਤਾ ਹੁੰਦਾ ਹੈ ਉਹਦੇ 'ਚ ਭਲਾ ਕੀ ਹੈ, ਉਹਦੇ 'ਚ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ। ਸ਼ਾਇਦ ਇਹ ਚੀਜ਼ ਦਾ ਸਿਰਫ ਪਰਮਾਤਮਾ ਨੂੰ ਹੀ ਪਤਾ ਸੀ ਕਿ ਸ਼ਬੇਗ ਸਿੰਘ ਨੇ ਭਿੰਡਰਾਂਵਾਲੇ ਨਾਲ ਰਲ ਕੇ ਤੇ ਕੀ ਕਾਰਨਾਮੇ ਕਰਨੇ ਨੇ ਤੇ ਕਿਵੇਂ ਹਿੰਦੁਸਤਾਨ ਦੀ ਜਿਹੜੀ ਫੌਜ ਹੈ ਉਸਦੇ ਦੰਦ ਖੱਟੇ ਕਰਨੇ ਸਨ। ਭਾਵੇਂ ਇਸ ਨਾਲ ਸਿੱਖ ਕੌਮ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ। ਸੰਤਾਂ ਨੇ ਸ਼ਬੇਗ ਸਿੰਘ ਨੂੰ ਕੋਈ 150-200 ਸਿੱਖ ਮਰਜੀਵੜੇ ਟ੍ਰੇਨਿੰਗ ਲਈ ਲੜਨ ਮਰਨ ਲਈ ਦੇ ਦਿੱਤੇ। ਸ਼ਬੇਗ ਸਿੰਘ ਨੇ ਹਰਮੰਦਰ ਦੀ ਪਰਿਕਰਮਾ ਅਤੇ ਅਕਾਲ ਤਖ਼ਤ ਉੱਪਰ ਐਸੇ ਮੋਰਚੇ ਬਣਵਾ ਦਿੱਤੇ ਜਿਸ ਨੇ ਦੁਨੀਆ ਦੀ ਮੰਨੀ ਪਰਮੰਨੀ ਫੌਜ ਦੇ ਦੰਦ ਖੱਟੇ ਕਰਨੇ ਸਨ। 29-30 ਮਈ ਸਰਕਾਰ ਵੱਲੋਂ ਹਮਲੇ ਦੀ ਤਾਰੀਖ ਮਿੱਥ ਦਿੱਤੀ ਗਈ ਸੀ। ਮਈ ਦੇ ਅਖੀਰ ਵਿੱਚ ਭਾਰਤੀ ਫੌਜ ਦੀਆਂ 94 ਟੁਕੜੀਆਂ ਇੱਕ ਇੱਕ ਕਰਕੇ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਪ੍ਰਭਾਵ ਇਹ ਦਿੱਤਾ ਗਿਆ ਸੀ ਕਿ ਪਾਕਿਸਤਾਨ ਵੱਲੋਂ ਹਮਲੇ ਦਾ ਖਤਰਾ ਹੈ। ਪੱਛਮੀ ਕਮਾਨ ਦੀ ਬੈਸਟ ਤੋਪਖਾਨਾ ਡਿਵੀਜ਼ਨ ਹੈਦਰਾਬਾਦ ਅਤੇ ਰਾਂਚੀ ਤੋਂ ਫੌਜੀ ਦਸਤੇ, ਸਮੁੰਦਰੀ ਫੌਜ ਦੇ ਗੋਤਾਖੋਰ ਅਤੇ ਜੌਹਰਹਟ ਤੋਂ ਸਿਖਾਏ ਹੋਏ ਕੁੱਤੇ ਸਭਨਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਪਹੁੰਚਾ ਦਿੱਤਾ ਗਿਆ। ਹਮਲੇ ਦੀ ਸਮੁੱਚੀ ਅਗਵਾਈ ਜਨਰਲ ਸੁੰਦਰ ਜੀ ਨੂੰ ਸੌਂਪੀ ਗਈ ਤੇ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਮੁੱਖ ਸੰਚਾਲਕ ਅਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਿੱਤੀ ਗਈ। ਅਸਲ ਵਿੱਚ ਇਹ ਸਾਰਾ ਪਾਪ ਸਿੱਖ ਜਰਨੈਲਾਂ ਇੱਥੋਂ ਹੀ ਕਰਾਉਣ ਦੀ ਚਾਣਕਿਆ ਨੀਤੀ ਵਰਤੀ ਗਈ ਸੀ। 1 ਜੂਨ ਤੱਕ ਲਗਭਗ 2 ਲੱਖ ਫੌਜ ਸਾਰੇ ਪੰਜਾਬ ਅਤੇ ਬਾਰਡਰ ਉੱਪਰ ਲਾ ਦਿੱਤੀ ਗਈ ਸੀ। 1 ਜੂਨ ਨੂੰ ਹੀ CRPF ਨੇ ਹਰਮੰਦਰ ਸਮੂਹ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲਾਬਾਰੀ ਮਤਲਬ ਅੰਦਰਲੀ ਤਾਕਤ ਦਾ ਪਤਾ ਲਾਉਣਾ ਸੀ, ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਇਹ ਗੋਲੀਬਾਰੀ ਰੋਕ ਹੁੰਦੀ ਰਹੀ ਅਤੇ 5-6 ਘੰਟੇ ਤੱਕ ਹੁੰਦੀ ਰਹੀ। ਉਸ ਦਿਨ 8 ਯਾਤਰੀ ਮਾਰੇ ਗਏ ਤੇ 25-26 ਯਾਤਰੀ ਜਿਹੜੇ ਵਿਚਾਰੇ ਦਰਸ਼ਨ ਕਰਨੇ ਆਏ ਸਨ ਉਹ ਜ਼ਖਮੀ ਹੋ ਗਏ। ਉਸ ਦਿਨ ਸੰਤ ਹਰਜੰਤ ਸਿੰਘ ਲੌਂਗੋਵਾਲ ਨੇ ਗਿਆਨੀ ਜੈਲ ਸਿੰਘ ਨਾਲ ਬਹੁਤ ਵੇਰ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ। ਅੱਗੋਂ ਕੋਈ ਜਵਾਬ ਨਹੀਂ ਆਇਆ। ਸ਼ਾਇਦ ਗਿਆਨੀ ਜੈਲ ਸਿੰਘ ਦਾ ਟੈਲੀਫੋਨ ਹੀ ਡਿਸਕਨੈਕਟ ਕਰ ਦਿੱਤਾ ਗਿਆ ਸੀ ਜਾਂ ਕੋਈ ਰੁਕਾਵਟ ਪਾ ਦਿੱਤੀ ਗਈ ਸੀ। 2 ਜੂਨ ਨੂੰ ਇੰਦਰਾ ਗਾਂਧੀ ਨੇ ਅਚਾਨਕ ਦੇਸ਼ ਨੂੰ ਸੰਬੋਧਨ ਕੀਤਾ ਅਤੇ ਅਕਾਲੀਆਂ ਨੂੰ ਬਦਨਾਮ ਕਰਨ ਲਈ ਦੇਸ਼ ਵਿਰੋਧੀ ਦੱਸਣ ਦੀ ਕੋਈ ਕਸਰ ਨਹੀਂ ਛੱਡੀ। ਉਸ ਦਾ ਭਾਸ਼ਣ ਖਤਮ ਹੁੰਦਿਆਂ ਹੀ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਐਲਾਨ ਕਰ ਦਿੱਤਾ ਗਿਆ। ਹਵਾਈ ਤੇ ਸੜਕ ਆਵਾਜਾਈ ਉੱਪਰ ਪਾਬੰਦੀ ਲਾ ਦਿੱਤੀ ਗਈ। ਪੰਜਾਬ ਦੀਆਂ ਅਖਬਾਰਾਂ ਅਤੇ ਸੰਚਾਰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਗੱਲ ਕੀ ਪੰਜਾਬ ਨੂੰ ਬਾਕੀ ਦੇਸ਼ ਨਾਲੋਂ ਤੇ ਅੰਮ੍ਰਿਤਸਰ ਨੂੰ ਬਾਕੀ ਪੰਜਾਬ ਨਾਲੋਂ ਤੋੜ ਦਿੱਤਾ ਗਿਆ, ਵਿਛੋੜ ਦਿੱਤਾ ਗਿਆ।
ਸਾਰੇ ਪੰਜਾਬ ਵਿੱਚ ਕਰਫਿਊ ਲਾ ਦਿੱਤਾ। ਹਰਿਮੰਦਰ ਸਾਹਿਬ ਤੋਂ ਇਲਾਵਾ 37 ਹੋਰ ਗੁਰਦੁਆਰਿਆਂ ਉੱਪਰ ਵੀ ਫੌਜੀ ਕਾਰਵਾਈ ਸ਼ੁਰੂ ਹੋ ਗਈ। 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਹਜ਼ਾਰਾਂ ਸੰਗਤਾਂ ਦੂਰੋਂ ਨੇੜਿਓਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸਨ। ਉਸੇ ਦਿਨ ਨਾਮ ਮਿਲਵਰਤਨ ਲਹਿਰ ਕਰਨ ਲਈ 500 ਸਿੰਘਾਂ ਦਾ ਇੱਕ ਜਥਾ ਵੀ ਮੋਰਚੇ 'ਚ ਗ੍ਰਿਫਤਾਰੀਆਂ ਦੇਣ ਲਈ ਆਇਆ ਸੀ। ਇਸੇ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ 4 ਚੁਫੇਰੇ ਆਪਣੇ ਮੋਰਚੇ ਮੱਲ ਲਏ ਸਨ। 4 ਜੂਨ ਨੂੰ ਅੰਮ੍ਰਿਤ ਵੇਲੇ ਜਦੋਂ ਦਰਬਾਰ ਸਾਹਿਬ ਅੰਦਰ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਫੌਜੀ ਮਸ਼ੀਨ ਗੰਨਾਂ ਨੇ ਅਚਾਨਕ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਦਿਨ ਦੇ ਲਗਭਗ 12:30 ਵਜੇ ਪਾਣੀ ਵਾਲੀ ਟੈਂਕੀ 'ਚ ਤੋਪ ਦੇ ਗੋਲੇ ਮਾਰ ਕੇ ਮਘੋਰਾ ਕਰ ਦਿੱਤਾ, ਜਿਸ ਨਾਲ ਪਾਣੀ ਦੀ ਸਪਲਾਈ ਬੰਦ ਹੋ ਗਈ। ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਗਈ। ਹੁਣ ਇੱਕ ਪਾਸੇ ਤੇ ਅੱਗ ਵਰ ਰਹੀ ਸੀ, ਦੂਸਰਾ ਗਰਮੀ ਵੀ ਆਪਣਾ ਪੂਰਾ ਕਹਿਰ ਵਰਤਾ ਰਹੀ ਸੀ। ਉਸ ਵੇਲੇ ਦੀ ਜਿਹੜਾ ਹਾਲਤ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਸੋ 5 ਜੂਨ ਨੂੰ ਫੌਜ ਅਕਾਲ ਤਖਤ ਉੱਪਰ ਕਬਜ਼ਾ ਕਰਨ ਦੀ ਚਾਹਵਾਨ ਸੀ। ਜਿੱਥੇ ਸੰਤ ਭਿੰਡਾਂ ਵਾਲੇ ਜਨਰਲ ਸ਼ਬੇਕ ਸਿੰਘ ਤੇ ਹੋਰ ਸਿੱਖ ਲੀਡਰ ਸਨ। ਫੌਜ ਇਸ ਲੜਾਈ ਨੂੰ 2-3 ਘੰਟੇ ਵਿੱਚ ਸਮੇਟ ਦੇਣ ਦੀ ਖੁਸ਼ਫਹਿਮੀ ਵਿੱਚ ਸੀ। ਸੋ ਇਹਨਾਂ ਨੇ ਆਪਣੇ ਕਮਾਂਡੋਜ਼ ਤੇ ਪਿਛਲੇ ਕਈ ਮਹੀਨਿਆਂ ਤੋਂ ਟ੍ਰੇਨਿੰਗ ਲੈ ਰਹੇ ਫੌਜੀਆਂ ਨੂੰ ਵੱਖੋ ਵੱਖਰੀਆਂ ਦਿਸ਼ਾਵਾਂ ਤੋਂ ਅੰਦਰ ਭੇਜਣਾ ਸ਼ੁਰੂ ਕਰ ਦਿੱਤਾ। ਜਿੱਥੇ ਕੁਲਦੀਪ ਬਰਾੜ ਵਰਗੇ 2-3 ਘੰਟੇ ਵਿੱਚ ਅਕਾਲ ਤਖਤ ਉੱਪਰ ਕਬਜ਼ਾ ਕਰਨ ਦੀਆਂ ਬੜਕਾਂ ਮਾਰਦੇ ਸਨ, ਉਧਰ ਉਹ ਪਰਿਕਰਮਾ ਵਿੱਚ 2 ਕਦਮ ਹੀ ਅੱਗੇ ਨਾ ਵੱਧ ਸਕੇ, ਬਲਕਿ ਮੁੱਖ ਦੁਆਰ ਦੀਆਂ ਪੌੜੀਆਂ ਹੀ ਉਹਨਾਂ ਲਈ ਮੌਤ ਦਾ ਇੱਕ ਖੂਹ ਬਣ ਕੇ ਰਹਿ ਗਈਆਂ। ਫੌਜ ਦਾ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸਿੰਘਾਂ ਦੀਆਂ ਗੋਲੀਆਂ ਉਹਨਾਂ ਨੂੰ ਕਿਵੇਂ ਭੁੰਨ ਰਹੀਆਂ ਸਨ ਅਤੇ ਕਿੱਥੋਂ ਆਉਂਦੀਆਂ ਸਨ, ਉਹਨਾਂ ਨੂੰ ਸਮਝ ਹੀ ਨਹੀਂ ਸੀ ਲੱਗ ਰਹੀ। ਆਪਣੀ ਨਾਕਾਮੀ ਤੋਂ ਘਬਰਾਏ ਹੋਇਆਂ ਨੇ 6 ਜੂਨ ਦੀ ਸਵੇਰ 4 ਵਜੇ ਪਰਿਕਰਮਾ ਵਿੱਚ ਬਖਤਰਬੰਦ ਗੱਡੀ ਉਤਾਰੀ। ਇਸ ਉੱਪਰ ਫੌਜ ਨੂੰ ਬੜੀਆਂ ਆਸਾਂ ਸਨ। ਅਜੇ ਇਹ ਗੱਡੀ ਸ਼ਹੀਦਾਂ ਵਾਲੇ ਗੇਟ ਸਾਹਮਣੇ ਹੀ ਪਹੁੰਚੀ ਸੀ ਕਿ ਸਿੰਘਾਂ ਵੱਲੋਂ ਦਾਗੇ ਰਾਕਟ ਲਾਂਚਰ ਨੇ ਇਸ ਦੇ ਬਖੀਏ ਉਧੇੜ ਕੇ ਰੱਖ ਦਿੱਤੇ ਤੇ ਇਸ ਨੂੰ ਨਕਾਰਾ ਕਰ ਦਿੱਤਾ। ਫੌਜੀ ਜਰਨੈਲਾਂ ਨੇ ਇਸ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਇਸ ਤੋਂ ਬਾਅਦ ਟੈਂਕਾਂ ਨਾਲ ਹਮਲਾ ਕੀਤਾ ਅਤੇ ਕੌਮਾਂਤਰੀ ਤੌਰ ਤੇ ਬੈਨ ਗੈਸ CS ਨੂੰ ਵੀ ਵਰਤਿਆ ਗਿਆ। ਸਿੰਘਾਂ ਨੇ ਇਹਨਾਂ ਦੀ ਹਰ ਚਾਲ ਦਾ ਡਟਵਾਂ ਟਾਕਰਾ ਕੀਤਾ। ਜਨਰਲ ਬਰਾੜ ਨੇ ਨਿਚੱਕ ਮੰਨਿਆ ਕਿ ਇਹ ਜਗ੍ਹਾ ਉਹਨਾਂ ਲਈ ਮੁੱਖ ਕਤਲਗਾਹ ਸਾਬਤ ਹੋਈ। ਹੁਣ ਤੱਕ ਜਨਰਲ ਸ਼ਬੇਕ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ। ਅਖੀਰ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਅਤੇ ਕੁਝ ਹੋਰ ਬਚੇ ਸਿੰਘਾਂ ਨੇ ਗੁਰੂ ਰਾਮਦਾਸ ਅੱਗੇ ਹੱਥ ਜੋੜ ਅਰਦਾਸ ਕੀਤੀ ਅਤੇ ਬਾਹਰ ਆਪਣੇ ਹਥਿਆਰਾਂ ਸਮੇਤ ਅਕਾਲ ਤਖਤ ਦੇ ਵਿਹੜੇ ਵਿੱਚ ਆ ਗਏ। ਫੌਜੀ ਹੈਰਾਨ ਸਨ, ਪਰ 4 ਚੁਫੇਰਿਓਂ ਆਏ ਗਰਨੇਡਾਂ ਅਤੇ ਗੋਲੀਆਂ ਨੇ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ। ਇਤਿਹਾਸ 'ਚ ਆਉਂਦਾ ਇੱਕ ਤਾਂ ਕਿ ਸਰ ਸ਼ਬੇਕ ਸਿੰਘ ਦੀ ਲਾਸ਼ ਨੂੰ ਇਹਨਾਂ ਰੱਸੀਆਂ ਨਾਲ ਬੰਨ੍ਹ ਕੇ ਘਸੀਟਿਆ। 7 ਜੂਨ ਸ਼ਾਮ ਨੂੰ ਇਹਨਾਂ ਸਾਰਿਆਂ ਦੀਆਂ ਲਾਸ਼ਾਂ ਦਾ ਚਾਟੀਵਿੰਡ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ। ਇੱਥੇ ਸਿੱਖ ਸੰਘਰਸ਼ ਦੇ ਇਸ ਦੌਰ ਦੀ ਜਿਹੜੀ ਹੈ ਉਹ ਸਮਾਪਤੀ ਹੈ। ਪਰ ਇਸ ਤੋਂ ਬਾਅਦ ਜਿਹੜਾ ਨਵਾਂ ਸੰਘਰਸ਼ ਪੰਜਾਬ ਤੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਫੜ ਕੇ ਉਹਨਾਂ ਨੂੰ ਕੋਹ ਕੇ ਮਾਰਨਾ ਪੁਲਿਸ ਵੱਲੋਂ ਅਤੇ ਸਰਕਾਰ ਦੀ ਸ਼ਹਿ 'ਤੇ ਉਹ ਸ਼ੁਰੂ ਹੋ ਗਿਆ। ਅਤੇ ਆਉਂਦੇ 2-3 ਸਾਲ ਪੰਜਾਬ ਨੂੰ ਇਹਨਾਂ ਪੈਸੇ ਵੱਲੋਂ ਵੀ ਕੰਗਾਲ ਕਰ ਦਿੱਤਾ, ਜਵਾਨੀ ਵੱਲੋਂ ਵੀ ਨਿਗੂਣਾ ਕਰ ਦਿੱਤਾ ਅਤੇ ਪੰਜਾਬ ਇੱਕ ਲੰਗੜਾ ਜਿਹਾ ਪੰਜਾਬ ਬਣ ਕੇ ਰਹਿ ਗਿਆ। ਸੋ ਇਹ ਅੱਜ ਦਾ ਮੈਂ ਥੋੜ੍ਹਾ ਜਿਹਾ ਇਤਿਹਾਸ ਜਿਹੜਾ ਸੀ ਉਹ ਤੁਹਾਡੇ ਨਾਲ ਸਾਂਝਾ ਕਰਨਾ ਸੀ, ਉਹ ਤੁਹਾਡੇ ਨਾਲ ਕੀਤਾ ਹੈ। ਸੋ ਹੁਣ ਮੈਂ ਤੁਹਾਡੇ ਨਾਲ ਇੱਕ ਇਸੇ
84 ਦੇ ਮਸਲੇ ਦੀ ਜਿਹੜੀ ਹੈ ਉਹ ਇੱਕ ਕਵੀਸ਼ਰੀ ਜਥਾ ਜਿਹੜਾ ਹੈ ਉਹਦੀ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ, ਉਹ ਆਪਾਂ ਸੁਣ। ਉਹ ਜਰਨਲ ਸ਼ਬੇਗ ਸਿੰਘ ਨੇ ਅੱਗੋਂ ਜਵਾਬ ਦਿੱਤਾ, ਉਹ ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਜਰਨਲ ਸ਼ਬੇਗ ਸਿੰਘ ਜਿਨਨੇ ਬੰਗਲਾਦੇਸ਼ ਦੀ ਲੜਾਈ ਦੇ ਵਿੱਚ 92,000 ਫੌਜ ਦੇ ਹੱਥ ਖੜੇ ਕਰਾਏ ਸੀ। 92,000 ਫੌਜ ਦੇ ਅੰਦਰ ਦੀ ਕਮਾਂਡ ਉਹ ਜਰਨਲ ਸ਼ਬੇਗ ਸਿੰਘ ਕਰ ਰਿਹਾ ਸੀ। ਉਹਨੇ ਆਖਿਆ, ਬਾਬਾ ਜੀ ਇੱਕ ਨਾ ਫੌਜ ਨੂੰ ਜਿਹੜਾ ਅੰਦਰ ਦਾਖਲ ਹੋਣ ਲੈਣ ਦਿਓ, ਇਹਨਾਂ ਦੇ ਦਿੱਲੀ ਵੱਲ ਵੇਖਿਓ ਮੂੰਹ ਕਤਰਪ ਹੋਣੇ ਆ। ਸੁਣੀਏ, ਜਿਸ ਵੇਲੇ ਅੰਦਰ ਫੌਜ ਜਾਣ ਲੱਗੀ, ਜਰਨਲ ਸ਼ਬੇਗ ਸਿੰਘ ਸੰਤ ਬਾਬਾ ਜਰਨੈਲ ਸਿੰਘ ਨਾਲ ਦੋ ਗੱਲਾਂ ਕਰ ਰਿਹਾ। ਕਵੀ ਨੇ ਕਲਮ ਬੰਦ ਇਉਂ ਕੀਤੀਆਂ ਬਾਈ। ਕਿਹਾ ਸੰਤਾਂ ਨੂੰ ਜਰਨਲ ਸ਼ਬੇਗ ਸਿੰਘ ਨੇ, ਜ਼ਿੰਦਗੀ ਧਰਮ ਲਈ ਬਾਬਾ ਜੀ ਲਾ ਦਿਆਂਗੇ। ਕਿਹਾ ਸੰਤਾਂ ਨੂੰ ਜਰਨਲ ਸ਼ਬੇਗ ਸਿੰਘ ਨੇ, ਜ਼ਿੰਦਗੀ ਧਰਮ ਲਈ ਬਾਬਾ ਜੀ ਲਾ ਦਿਆਂਗੇ। ਕਿਹਾ ਸੰਤਾਂ ਨੂੰ ਜਰਨਲ ਸ਼ਬੇਗ ਸਿੰਘ ਨੇ, ਜ਼ਿੰਦਗੀ ਧਰਮ ਲਈ ਬਾਬਾ ਜੀ ਲਾ ਦਿਆਂਗੇ। ਕਿਹਾ ਸੰਤਾਂ ਨੂੰ ਜਰਨਲ ਸ਼ਬੇਗ ਸਿੰਘ ਨੇ, ਜ਼ਿੰਦਗੀ ਧਰਮ ਲਈ ਬਾਬਾ ਜੀ ਲਾ ਦਿਆਂਗੇ। ਜਿਹੜੀ ਚਾਹੁੰਦੇ ਤਖਤ ਅਕਾਲ ਟਾਉਣਾ, ਚਾਹੁੰਦੇ ਤਖਤ ਅਕਾਲ ਟਾਉਣਾ, ਕਿਲਾ ਉਹਦੇ ਹੰਕਾਰ ਦਾ ਢਾ ਦਿਆਂਗੇ। ਜਿਹੜੀ ਚਾਹੁੰਦੀ ਏ ਤਖਤ ਅਕਾਲ ਟਾਉਣਾ, ਕਿਲਾ ਉਹਦੇ ਹੰਕਾਰ ਦਾ ਢਾ ਦਿਆਂਗੇ। ਜਿਹੜੀ ਫੌਜ ਦਾ ਮਾਣ ਹੈ ਇੰਦਰਾ ਨੂੰ, ਤਾਰੇ ਉਸ ਨੂੰ ਜਿੰਦਾ ਰੇ ਉਸ ਨੂੰ ਦਿਨੇ ਦਿਖਾ ਦਿਆਂਗੇ। ਉਹ ਜਿਹੜੀ ਫੌਜ ਦਾ ਮਾਣ ਹੈ ਇੰਦਰਾ ਨੂੰ, ਤਾਰੇ ਉਸ ਨੂੰ ਦਿਨੇ ਦਿਖਾ ਦਿਆਂਗੇ। ਆਗੇ ਜਦੋਂ ਬੰਮਦੀਆਂ ਮਾਰ ਥੱਲੇ, ਉਹਨਾਂ ਸਭਨਾਂ ਨੂੰ ਨਰਕੀ ਪਹੁੰਚਾ ਦਿਆਂਗੇ। ਉਹ ਆਗੇ ਜਦੋਂ ਬੰਮਦੀਆਂ ਮਾਰ ਥੱਲੇ, ਉਹਨਾਂ ਸਭਨਾਂ ਨੂੰ ਨਰਕੀ ਪਹੁੰਚਾ ਦਿਆਂਗੇ। ਉਹਨਾਂ ਸਭਨਾਂ ਨੂੰ ਨਰਕੀ ਪਹੁੰਚਾ ਦਿਆਂਗੇ। ਜਿਸ ਵੇਲੇ 2200 ਫੌਜ ਰੀਂਗ ਕੇ ਮੇਨ ਗੇਟ ਥਾਣੀ ਜਾਣ ਲੱਗੇ, ਕੋਈ ਹੋਰ ਲਿਖੇ ਤੇ ਸ਼ਾਇਦ ਨਾ ਮੰਨੀਏ, ਪਰ ਇਹ ਦੁਸ਼ਮਣ ਆਪ ਲਿਖ ਰਿਹਾ। ਆਂਦਾ ਜਿਸ ਵੇਲੇ 2200 ਫੌਜ ਅੰਦਰ ਗਈ, ਸਾਡੇ ਨਾਲ ਉਹ ਘਟਨਾ ਵਾਪਰੀ ਜਿਹੜੀ ਕਦੀ ਅਸੀਂ ਸੋਚੀ ਵੀ ਨਹੀਂ ਸੀ। ਵੱਡੇ ਵੱਡੇ ਅਭਮੰਨੂ ਚੱਕਰ ਲੈਣ ਵਾਲੇ ਜਰਨਲ ਜਿਹੜੇ ਸੀ ਨਾ, ਉਹਨਾਂ ਨੂੰ ਗੋਡਿਆਂ 'ਚ ਸਿਰ ਦੇਣਾ ਪੈ ਗਿਆ ਸੀ। ਸੱਚ ਹੈ। ਮੇਨ ਗੇਟ ਤੱਕ ਉਹਨਾਂ ਨੂੰ ਆਉਣਾ ਮੁਸ਼ਕਲ ਹੋ ਗਿਆ ਸੀ। ਮੁੜ ਕੇ ਇਹੋ ਜੀ ਘਟਨਾ ਵਾਪਰੀ। ਸੰਤ ਬਾਬਾ ਜਰਨੈਲ ਸਿੰਘ ਦੇ ਜਥੇ ਦੇ ਸਿੰਘ ਜਿਹੜੇ ਸਨ ਅੰਦਰ, ਉਹਨਾਂ ਇਹੋ ਜੀ ਜ਼ਬਰਦਸਤ ਫਾਇਰਿੰਗ ਖੋਲੀ ਵੀ ਸਾਡਾ 2076 ਫੌਜੀ ਪਹਿਲੇ ਹਮਲੇ ਦੇ ਵਿੱਚ ਹੀ ਲੰਮਿਆ ਪਾ ਦਿੱਤੇ। ਕਿਉਂਕਿ ਉਹ ਗੋਲੀ ਦਾ ਪਤਾ ਨਹੀਂ ਸੀ ਲੱਗ ਰਿਹਾ ਵੀ ਆ ਕਿੱਧਰੋਂ ਰਹੀ ਆ। ਉਹ ਜਰਨਲ ਸ਼ਬੇਗ ਸਿੰਘ 8 ਜੂਨ ਨੂੰ ਸਾਨੂੰ ਉਹਦਾ ਪਤਾ ਲੱਗਾ ਵੀ ਜਰਨਲ ਸ਼ਬੇਗ ਸਿੰਘ ਨੇ ਕੰਧਾਂ ਦੇ ਵਿੱਚ 2-2 ਸਰਾਖ ਵਰਮੇ ਨਾਲ ਕੱਢੇ ਹੋਏ ਸੀ। ਇੱਕ ਤੇ ਮਸ਼ੀਨ ਗਨ ਦੀ ਨਾਲੀ ਵਾਸਤੇ ਤੇ ਇੱਕ ਅੱਖ ਨਾਲ ਵੇਖਣ ਵਾਸਤੇ। 3 ਇੰਚ ਜਗ੍ਹਾ ਛੱਡ ਕੇ ਜਿਹੜੀ 3 ਇੰਚ ਤੋਂ ਗੋਲੀ ਆ ਰਹੀ ਆ, ਧਰਤੀ ਗੋਲੀਆਂ ਕੱਢ ਲਈ ਆ। ਜਿਹੜਾ ਬੰਦਾ ਲੰਮਾ ਪੈ ਕੇ ਜਾ ਰਿਹਾ ਨਾ, ਉਹਦੇ ਗੋਲੀ ਸਿਰ 'ਚ ਵੱਜਦੀ ਆ। ਜਿਹੜਾ ਖਲੋਤਾ ਉਹਦੇ ਪੈਰਾਂ 'ਚ ਵੱਜਦੀ ਆ। ਉਹ ਵੀ 4 ਇੰਚ ਉੱਚਾ ਉੱਠ ਕੇ ਤੇ ਉਹ ਵੀ ਥੱਲੇ ਡਿੱਗ ਪੈਂਦਾ। 2076 ਫੌਜੀ ਜਿਹੜੇ 1700 ਉੱਤੇ ਕਬਜ਼ ਕਰ ਰਹੇ ਸੀ ਨਾ, ਉਹਨਾਂ ਦੇ ਵਿੱਚੋਂ ਵੀ 1187 ਬਚੇ। ਇਧਰ 2076 ਫੌਜੀ ਪਹਿਲੇ ਹਮਲੇ ਸਾਡੇ ਮਾਰੇ ਗਏ। ਸਾਨੂੰ ਬਹੁਤ ਵੱਡਾ ਅਫਸੋਸ ਹੋਇਆ ਵੀ ਦੁਸ਼ਮਣ ਦਾ ਇੱਕ ਬੰਦਾ ਨਾ ਮਾਰ ਸਕੇ, ਪਰ ਸਾਡੀ ਇੰਨੀ ਟ੍ਰੇਨਿੰਗ
ਤੇ ਸਾਡਾ ਇੰਨਾ ਵੱਡਾ ਭਾਰੀ ਨੁਕਸਾਨ ਹੋ ਗਿਆ। ਇੱਕ ਨਾ ਵੱਡੇ ਵੱਡੇ ਜਰਨਲ ਜਿਹੜੇ ਆ ਉਹਨਾਂ ਨੂੰ ਕੰਮਣੀਆਂ ਛਿੜ ਗਈਆਂ ਸੀ। ਇਸ ਤੋਂ ਬਾਅਦ ਬਹੁਤ ਭਾਰੀ ਵੱਡੀ ਅਸੀਂ ਮੀਟਿੰਗ ਕੀਤੀ ਔਰ ਇਹ ਜਿਹੜੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਆ, ਸੰਤਾਂ ਨੂੰ ਇਹ ਬੇਨਤੀ ਕੀਤੀ ਵੀ ਇਹ ਲਾਸ਼ਾਂ ਨੂੰ ਸਾਨੂੰ ਚੁੱਕ ਲੈਣ ਦਿੱਤਾ ਜਾਵੇ, ਤਾਂ ਕਿ ਜੇ ਇਹ ਲਾਸ਼ਾਂ ਨਾ ਚੁੱਕੀਆਂ, ਗਰਮੀ ਦਾ ਸਮਾਂ ਹੈ ਤੇ ਕਿਤੇ ਬਦਬੂ ਦੇ ਨਾਲ ਸਾਰਾ ਸ਼ਹਿਰ ਬਿਮਾਰੀ ਦੇ ਨਾਲ ਨਾ ਘੇਰਿਆ ਜਾਵੇ। ਸੰਤਾਂ ਨੇ ਹਰੀ ਝੰਡੀ ਦਿੱਤੀ ਤੇ ਫਿਰ 300 ਭੰਗੀ ਮੰਗਾ ਕੇ ਅਸੀਂ 1.5 ਘੰਟੇ 'ਚ ਇਹ ਲਾਸ਼ਾਂ ਜਿਹੜੀਆਂ ਇੱਕ ਬੰਨੇ ਲਾਈਆਂ ਟਰਾਲੀਆਂ ਭਰ ਕੇ। ਜਿਹੜਾ ਸੰਤਾਂ ਨੇ ਬਚਨ ਕੀਤਾ ਸੀ ਨਾ ਵੀ ਜਿਹੜੇ ਆਏ ਉਹ ਤੁਰ ਕੇ ਨਹੀਂ ਜਾਣਗੇ, ਉਹਨਾਂ ਨੂੰ ਲੱਦ ਕੇ ਖੜਨਾ ਪਊਗਾ, ਉਹਨਾਂ ਨੇ ਬਚਨ ਉੱਥੇ ਪੂਰੇ ਕਰਕੇ ਵਿਖਾਏ। ਸੱਚ ਹੈ। ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੇ ਸਿੰਘਣੀ ਇਹ ਮੈਨੂੰ ਦੱਸ ਰਹੇ ਸੀ, ਉਸ ਵੇਲੇ ਉੱਥੇ ਸਨ। ਉਸ ਵੇਲੇ ਉਹ ਆਂਦੇ ਮੈਂ ਸੀ ਉੱਤੇ ਸੁੱਤੇ ਸਾਂ, ਛੱਤ ਦੇ ਉੱਤੇ ਲੰਮੇ ਪਏ ਸੀ ਤੇ ਮੈਂ ਆਪਣੀਆਂ ਅੱਖਾਂ ਨਾਲ ਟਰਾਲੀਆਂ ਭਰ ਕੇ ਜਾਂਦੀਆਂ ਵੇਖੀਆਂ। ਕਿਸੇ ਦੀ ਲੱਤ ਬਾਂਹ ਸੀ, ਕਿਸੇ ਦੀ ਬਾਹਰ ਬਾਂਹ ਸੀ, ਕਿਸੇ ਦਾ ਧੜ ਲਮਕ ਰਿਹਾ ਸੀ। ਉਹਨਾਂ ਨੇ ਬਚਨ ਪੂਰਾ ਕਰਕੇ ਵਿਖਾਇਆ ਜਿਹੜਾ ਉਹਨਾਂ ਨੇ ਕਿਹਾ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਜਿਸ ਵੇਲੇ ਇਹ ਚਾਲ ਦੁਸ਼ਮਣ ਦੀ ਫੇਲ ਹੋ ਗਈ, ਫਿਰ 11 ਹੈਲੀਕਾਪਟਰ ਮੰਗਾਏ ਗਏ, ਜਿਨ੍ਹਾਂ ਵਿੱਚ 912 ਕਮਾਂਡੋ ਫੋਰਸ ਦੇ ਜਵਾਨ, ਜਿਨ੍ਹਾਂ ਨੂੰ 60 ਗ੍ਰਨੇਡ ਦਿੱਤੇ ਗਏ ਔਰ ਉਹਨਾਂ ਨੂੰ ਹੁਕਮ ਇਹ ਜਾਰੀ ਕੀਤਾ ਵੀ ਜਿਹੜੀਆਂ ਉੱਤੇ ਬਿਲਡਿੰਗਾਂ ਨਾ ਜਿਨ੍ਹਾਂ ਵਿੱਚ ਖਾੜਕੂ ਬੈਠੇ ਹੋਏ ਆ, ਉਹਨਾਂ ਬਿਲਡਿੰਗਾਂ ਦੇ ਉੱਤੇ ਤੁਸੀਂ ਇੱਕ ਤੂਫਾਨ ਖੜਾ ਕਰਨਾ, ਉਤਲੇ ਸਿੰਘਾਂ ਨੂੰ ਥੱਲੇ ਭੇਜਣਾ ਤੇ ਫਿਰ ਇਹਨਾਂ ਨੂੰ ਗੈ ਛੱਡ ਕੇ ਮਾਰ ਦਿੱਤਾ ਹੋਊਗਾ। ਉਸ ਹੈਲੀਕਾਪਟਰਾਂ ਨੂੰ ਉਤਾਰਨ ਵਾਸਤੇ 1 ਲੱਖ ਗੋਲੀ ਦਾ ਫਾਇਰ ਕਰਨਾ ਪਿਆ ਸਾਨੂੰ, ਕਿਉਂਕਿ ਸਿੰਘਾਂ ਦਾ ਧਿਆਨ ਉੱਤੇ ਨਾ ਕਿਤੇ ਜਾ ਪਵੇ। ਜਿਸ ਵੇਲੇ ਇਹ ਸਾਰੇ ਫੌਜੀ ਬਿਲਡਿੰਗਾਂ ਦੇ ਉੱਤੇ ਤਾਰੇ ਗਏ ਆ। Looking to get back in your ਹਾਂਜੀ, ਇਹ ਤੁਸੀਂ ਸੁਣ ਰਹੇ ਸੀ ਇਤਿਹਾਸ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲੇ ਉਹਨਾਂ ਪਾਸੋਂ। ਸੋ ਬੜਾ ਵੱਡਾ ਲੰਮਾ ਚੌੜਾ ਇਤਿਹਾਸ ਹੈ ਇਹ, ਤੇ ਤੁਹਾਨੂੰ ਸਾਰਿਆਂ ਨੂੰ ਆਪ ਇਹ ਸੁਣਨਾ ਪੜ੍ਹਨਾ ਵੀ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਜ਼ਰੂਰ, ਕਿਉਂਕਿ ਇਹ ਇਤਿਹਾਸ ਜਿਹੜਾ ਹੈ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ। 2 ਚੀਜ਼ਾਂ ਹੁੰਦੀਆਂ, ਇੱਕ ਉਹਨਾਂ ਦੀ ਮਦਰ ਟੰਗ ਮਤਲਬ ਮਾਤਰ ਭਾਸ਼ਾ, ਤੇ ਇੱਕ ਉਹਨਾਂ ਦਾ ਇਤਿਹਾਸ। ਇਹ ਕਿਸੇ ਵੀ ਕੌਮ ਲਈ 2 ਬਹੁਤ ਵੱਡੇ ਥੰਮ ਨੇ, ਬਹੁਤ ਜ਼ਰੂਰੀ ਚੀਜ਼ਾਂ ਨੇ। ਸੋ ਇਹ ਅਸੀਂ ਇਹਨਾਂ ਦੋਵਾਂ ਤੋਂ ਹੀ ਵਿਰਵੇ ਹੁੰਦੇ ਜਾ ਰਹੇ ਹਾਂ। ਸਾਨੂੰ ਬਹੁਤ ਇਸ ਪਾਸੇ ਸੋਚਣ ਦੀ ਲੋੜ ਹੈ। ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।